ਸਰ ਮੈਂ ਮੋਹਸਨ ਜਵੇਦ ਗੱਲ ਕਰ ਰਿਹਾ ਸਰ। ਇਹ ਫਰਿਆਦ ਭੱਟੀ ਨੇ ਤੇ ਸੁਨੀਲ ਕਾਂਸਟੇਬਲ ਨੇ ਮੇਰੇ ਘਰ ਚੁੰਗੀ ਦੇ ਉੱਤੇ ਰਾਤ ਨੂੰ 2 ਵਜੇ ਰੇਡ ਕੀਤੀ ਹੈ ਸਰ। ਇਹਨਾਂ ਦੇ ਨਾਲ ਲੇਡੀਜ਼ ਕਾਂਸਟੇਬਲ ਵੀ ਨਹੀਂ ਸੀ ਹੈ ਮੇਰੀ ਬੀਵੀ ਨੂੰ ਤੇ ਮੈਨੂੰ ਗੁਜਰਪੁਰਾ ਠਾਣਾ ਲਗੇ ਨੇ, ਬਲਕਿ ਉਹਨੂੰ ਲੱਗਦਾ ਸੀ ਸ਼ਮਾਲੀ ਛੋਣੀ ਤੇ ਗੁਲਜਸਟੋਨ ਚੌਂਕੀ ਲੱਗਦੀ ਸੀ। ਨਹੀਂ ਤੁਹਾਡੇ ਉੱਤੇ ਥਾਣਾ ਗੁਜਰਪੁਰਾ ਕੋਈ FIR ਵੀ ਨੇ, ਤੁਹਾਡੇ ਤੇ ਮੁਕੱਦਮੇ ਵੀ ਨੇ? ਸਰ ਮੇਰੇ ਤੇ ਨਾ ਇੱਕ ਪਹਿਲਾ ਪਰਚਾ ਸੀ 9B ਦਾ, ਉਹਦੇ ਬਾਅਦ ਉਹ ਮੈਨੂੰ ਜਨੂਬੀ ਛੋਣੀ ਨੇ ਪਰਚਾ ਦਿੱਤਾ ਤੇ ਸਰ ਬੈਲਫ ਮੈਂ ਕਰਵਾਈ ਹੈ। ਮੈਨੂੰ ਜੱਜ ਸਾਹਿਬ ਨੇ ਉੱਥੇ ਹੀ ਇਨਸਾਫ ਦਿੱਤਾ ਸਰ, ਮੇਰੀਆਂ ਹੱਥ ਕੜੀਆਂ ਖੋਲ ਦਿੱਤੀਆਂ। ਹੁਣ ਸਰ 10 ਸਾਲ ਬਾਅਦ ਨਾ ਫਰਿਆਦ ਭੱਟੀ ਨੇ ਤੇ ਸੁਨੀਲ ਨੇ ਮੇਰੇ ਤੇ 1140 ਗ੍ਰਾਮ ਦੀ FIR ਕੀਤੀ ਹੈ ਤੇ ਸਰ ਮੈਂ ਹਾਈ ਕੋਰਟ ਰੀਟ ਵੀ ਕੀਤੀ ਹੈ। ਆਲਾ ਅਫਸਰਾਨਾਂ ਦੇ ਅੱਗੇ ਇਹਨਾਂ ਦਾ ਜਿਹੜਾ ਗੰਦਾ ਪਾਣੀ ਗਾ ਉਹ ਵੀ ਜ਼ਾਹਰ ਕੀਤਾ ਤੇ ਸਰ ਮੈਨੂੰ ਖੁਦਾ ਦੇ ਘਰ 'ਚ ਬੜੀ ਉਮੀਦ ਹੈ ਕਿ ਮੈਨੂੰ ਰਿਲੀਜ਼ ਮਿਲੇਗਾ ਇਹਨਾਂ ਕੋ। ਨਹੀਂ ਜਿਹੜੀ 1140 ਗ੍ਰਾਮ ਦੀ ਤੁਹਾਡੇ ਉੱਤੇ FIR ਦਿੱਤੀ ਹੈ, ਤੁਸੀਂ ਉਹਦੀ ਪਦਾਰਥ 'ਚ ਉਹਦੇ ਗੁੱਸੇ ਦੇ ਵਿੱਚ ਉਹਨਾਂ ਦੇ ਉੱਤੇ ਆ ਕੇ ਇਲਜ਼ਾਮ ਲਾ ਰਹੇ ਹੋ? ਨਹੀਂ ਇਹਦੇ 'ਚ ਕੋਈ ਹਕੀਕਤ ਵੀ ਹੈ? ਸਰ ਬਿਲਕੁਲ ਹਕੀਕਤ ਹੈ। ਇਹ ਸੁਨੀਲ ਦਾ ਭਾਈ ਹੈਗਾ ਇੱਕ ਦਿਸ਼ਾਨ ਕੰਬਰ ਸਰ। ਇਹ ਦੇਖੋ ਮੇਰੇ ਕੋਲ ਸਾਰਾ ਇਹਨਾਂ ਦਾ ਰਿਕਾਰਡ ਹੀਗਾ। ਮੇਰੇ ਤੇ 2 ਪਰਚੇ ਨੇ, ਇਹਦੇ ਦਿਸ਼ਾਨ ਭਾਈ ਤੇ 15 ਪਰਚੇ ਨੇ। ਇਹ ਸਰ ਸਾਰਾ ਰਿਕਾਰਡ ਹੈ ਮੇਰੇ ਕੋਲ। ਦਿਸ਼ਾਨ ਕੌਣ ਹੈ? ਦਿਸ਼ਾਨ ਸਰ ਹੈ ਸੁਨੀਲ ਕੰਬਰ ਦਾ ਭਾਈ ਹੈਗਾ। ਸੁਨੀਲ ਕੰਬਰ ਦਾ ਭਾਈ ਚਾਮੀਰਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਮਨਸ਼ਿਆਤ ਵਕਵਾ ਰਿਹਾ ਆਪਣੇ ਭਾਈ ਦੀ ਤੇ ਸਰਪ੍ਰਸਤੀ ਦਿੰਦਾ ਆਪਣੇ ਭਰਾਵਾਂ ਨੂੰ ਕਾਂਸਟੇਬਲ ਹੋਣ ਦੇ ਨਾਤੇ। ਅੱਛਾ, ਉਹਦੇ ਭਰਾ ਦੀ ਸ਼ਾਨ ਦੇ ਉੱਤੇ 15 ਪਰਚੇ ਨੇ ਜੀ। ਸਾਡੀ ਡਿਗੇਟੀ ਦੇ ਸਾਰੀ FIR ਉਹਦੀਆਂ ਮੈਂ ਕਢਵਾਈਆਂ ਜੀ ਸਰ। ਅੱਛਾ, ਤੇ ਇਹ ਕੀ ਫੜਿਆ ਤੁਸੀਂ? ਸਰ ਇਹ ਕਾਸ਼ ਉਹਦਾ ਭਰਾ ਹੀਗਾ, ਉਹਦੇ ਤੇ ਵੀ। ਇਹ ਸੁਨੀਲ ਦਾ ਹੀ ਭਰਾ? ਹਾਂਜੀ ਸੁਨੀਲ ਦਾ ਭਰਾ। ਸਾਰੀ ਫੈਮਿਲੀ ਕ੍ਰਿਮੀਨਲ ਸਰ ਇਹਨਾਂ ਦੇ ਉੱਤੇ ਤਿੰਨਾਂ ਭਰਾਵਾਂ ਦੇ ਉੱਤੇ 30 ਪਰਚੇ ਹੈਗੇ ਨੇ। 13 ਪਰਚੇ ਕਾਸ਼ ਕਮਰ ਤੇ ਨੇ, 15 ਪਰਚੇ ਮੂਨ ਤੇ ਨੇ, 3 ਪਰਚੇ ਸੁਨੀਲ ਕਾਂਸਟੇਬਲ ਦੇ ਉੱਤੇ ਮੌਜੂਦਾ ਨੇ। ਕਾਹਦੇ ਪਰਚੇ ਨੇ? ਸਰ ਇਹਦੇ ਉੱਤੇ ਗਵਾਹ ਦਾ ਪਰਚਾ ਹੀ ਹੈ ਤੇ ਹੁਣ ਨਾ ਇਹਨੇ ਰਿਸ਼ਵਤ ਲਿੱਤੀ ਸੀ, ਉਹਦੇ ਵਿੱਚ ਮਤਲ ਵੀ ਰਿਹਾ ਵੇ। 3 ਮਹੀਨੇ ਤੇ 2 ਦਿਨ ਹੋ ਗਏ ਨੇ ਮੈਂ ਰਿਕਾਰਡ DIG ਸਾਹਿਬ ਅੱਗੇ ਪੇਸ਼ ਹੋ ਕੇ ਸਾਰਾ ਰਿਕਾਰਡ ਲੈ ਕੇ ਗਏ ਸੀ ਜੀ ਸਰ। DIG ਸਾਹਿਬ ਦੀ ਖੁੱਲੀ ਕਚਹਿਰੀ ਦੇ ਵਿੱਚ ਜੀ ਸਰ। ਤੇ ਉੱਥੇ DIG ਸਾਹਿਬ ਨੇ ਤੁਹਾਨੂੰ ਕੀ ਕਿਹਾ? ਸਰ ਉਹਨਾਂ ਨੇ ਇਹਨਾਂ ਦਾ ਡਾਟਾ ਮਾਰਿਆ 3 ਮਹੀਨੇ ਤੇ 2 ਦਿਨ ਹੋਏ ਨੇ ਇਹਨੂੰ ਬਹਾਲ ਹੋਇਆ ਤੇ ਫਰਿਆਦ ਭੱਟੀ ਵੀ ਮਤਲ ਰਿਹਾ। ਸਰ ਮੇਰੀ ਇਹ ਆਲਾ ਅਫਸਰਾਨਾਂ ਅੱਗੇ ਦਰਖਾਸਤ ਹੈ ਕਿ ਇਹਨਾਂ ਨੂੰ ਐਤਕੀ ਡਿਸਮਿਸ ਕੀਤਾ ਜਾਏ। ਇਹ ਮਹਿਕਮੇ ਦੇ ਵਿੱਚ ਬਹੁਤ ਜ਼ਿਆਦਾ ਨਾ ਸਰ ਮੇਰੀ ਬੀਵੀ ਨੂੰ ਤੇ ਮੈਨੂੰ ਲਗੇ ਸਨ, ਉਹ ਸਰਕਾਰੀ ਮੁਲਾਜ਼ਮ ਹੈ, 18 ਸਾਲ ਸਰਵਿਸ ਹੈ ਜਨਾਬ। ਤੇ ਹੁਣ ਮੈਂ ਜਿਹੜਾ ਨਾ ਇਹਨਾਂ ਨੇ ਨਾ ਬਹੁਤ ਜ਼ਿਆਦਾ ਮੇਰੇ ਬੱਚਿਆਂ ਨੂੰ ਪਰੇਸ਼ਾਨ ਕੀਤਾ। ਹਾਈ ਕੋਰਟੋਂ ਜੱਜ ਸਾਹਿਬ ਕੋ ਰਿਟ ਦੇ ਵਿੱਚ ਲਿਖਵਾਇਆ ਕਿ ਜਨਾਬ ਸਾਰੀ ਉਮਰ ਦੇ ਵਿੱਚ ਮੇਰੇ ਤੇ 3 ਪਰਚੇ ਹੋਏ ਨੇ, ਇੱਕ ਦੇ ਵਿੱਚ ਮੈਂ ਬੈਲਫ 'ਚ ਕਾਮਯਾਬ ਹੋਇਆ ਆ, ਮੈਨੂੰ ਉੱਥੇ ਰਿਲੀਜ਼ ਮਿਲਿਆ। ਸਰ ਬਿਲਕੁਲ ਤਿੰਨੇ ਨਜਾਇਜ਼ ਨੇ, ਤੁਸੀਂ ਕੱਢ ਸਕਦੇ ਹੋ ਇਹਨਾਂ ਦਾ ਡਾਟਾ। ਇਹ ਹਰ ਕਿਸੇ ਕੋ ਰਿਸ਼ਵਤ ਲੈਂਦੇ ਨੇ ਤੇ ਉਹਨਾਂ ਨੂੰ ਬੰਦਿਆਂ ਨੂੰ ਪਰੇਸ਼ਾਨ ਕਰਕੇ ਪੈਸਾ ਲੈਂਦੇ ਨੇ। ਜਿਹੜੇ ਤੁਹਾਡੇ ਉੱਤੇ 3 FIR ਸੀ ਉਹ ਹਲੇ ਵੀ ਚੱਲਦੀਆਂ ਪਈਆਂ ਨੇ, ਖਾਰਜ ਹੋ ਗਈਆਂ ਨੇ ਜਾਂ ਤੁਹਾਨੂੰ ਸਜ਼ਾ ਹੋਈ? ਸਰ ਜਿਹੜੀ ਬੈਲਫ ਵਾਲੀ ਹੈ ਨਾ, ਮੈਂ ਖੁਦ ਹੀ ਨਹੀਂ ਸੀ ਕਰਵਾ ਰਿਹਾ। 2016 ਚ ਮੇਰੇ ਤੇ ਹੋਇਆ 9B ਦਾ ਪਰਚਾ, ਠੀਕ ਹੈ ਸਰ ਜੀ। ਉਹਦੇ ਬਾਅਦ 21 ਦੇ ਵਿੱਚ ਇਹਨਾਂ ਨੇ ਮੇਰੇ ਤੇ ਦਿੱਤਾ ਪਰਚਾ ਮਨਸ਼ਿਆਤ ਦਾ, ਉਹਦੇ ਵਿੱਚ ਮੈਂ ਬੈਲਫ ਕਰਵਾਈ ਹੈ। ਹੁਣ 10 ਸਾਲ ਬਾਅਦ ਫਿਰ ਜਿਹੜਾ ਨਾ ਇਹਨੇ 2021 ਤੋਂ ਬਾਅਦ ਨਾ ਫਿਰ ਜਿਹੜਾ ਨਾ ਜਨਾਬ ਮੈਨੂੰ ਇਹਨੇ ਜੇਲ੍ਹ ਦਹਾਈ ਹੈ। ਲਿਹਾਜ਼ਾ ਮੇਰੀ ਸਾਹਿਬ ਅੱਗੇ ਗੁਜ਼ਾਰਿਸ਼ ਹੈ ਕਿ ਜਨਾਬ ਇਹਨਾਂ ਨੂੰ ਨਾ ਖੁਦ ਜੇਲ੍ਹ ਦਹਾਈ ਜਾਏ, ਕਿਉਂਕਿ ਇਹ ਬਹੁਤ ਜ਼ਿਆਦਾ ਕ੍ਰਿਮੀਨਲ ਹੀ ਗਏ ਨੇ, ਮਨਸ਼ਿਆਤ ਦੇ ਵਿੱਚ ਵੀ ਤੇ ਰਿਸ਼ਵਤ ਦੇ ਵਿੱਚ ਵੀ ਜਨਾਬ ਇੰਤਹਾ ਕਰ ਦਿੱਤੀ। ਤੁਹਾਡਾ ਜਿਹੜਾ ਸ਼ੋਹਰ ਹੈ ਇਹ ਵਾਕਈ ਮਨਸ਼ਿਆਤ ਵੇਚਦਾ ਹੈ? ਸਰ ਵੇਚਦਾ ਨਹੀਂ, ਹੁਣ ਤੇ ਉਹ ਰਿਕਸ਼ਾ ਚਲਾਉਂਦਾ ਹੈ, ਮੇਰੇ ਨਾਲ ਡਿਊਟੀ ਤੇ ਜਾਂਦਾ ਹੈ। ਸਾਰੋ ਪੀਂਦਾ ਖਾਂਦਾ ਹੈ, ਬਸ ਐਸੀ ਵਜ੍ਹਾ ਤੁਹਾਨੂੰ ਫੜ ਲੈਂਦੇ ਨੇ ਬਸ। ਜਦੋਂ ਤੁਹਾਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ, ਤੁਸੀਂ ਉਦੋਂ ਘਰ ਸੀ, ਤੁਹਾਡਾ ਕੀ ਕਸੂਰ ਸੀ? ਤੁਹਾਨੂੰ ਕਿਉਂ ਲੈ ਕੇ ਗਏ ਨੇ? ਸਾਰੋ ਕਹਿੰਦੇ ਇਹਨਾਂ ਦੀ ਬੀਵੀ ਨੂੰ ਨਾਲ ਲੈ ਕੇ ਚੱਲੋ, ਫਿਰ ਲੈ ਗਏ ਸੀ ਨਾਲ ਫੜ ਕੇ। ਵਜ੍ਹਾ ਪੈਸੇ ਦੀ ਡਿਮਾਂਡ ਸੀ ਕਿ ਬੀਵੀ ਨਾਲ ਹੋਏਗੀ, ਉਂਝ ਤੇ ਇਹਨਾਂ ਨੇ ਪੈਸੇ ਦੇਣੇ ਨਹੀਂ ਤੇ ਇਹਨਾਂ ਦੀ ਬੀਵੀ ਨੂੰ ਬੱਚਿਆਂ ਨੂੰ ਲਿਜਾਵਾਂਗੇ ਤੇ ਸਾਨੂੰ ਪੈਸੇ ਦੇਣਗੇ। ਮੇਰੇ ਮੀਆਂ ਨੂੰ ਬਹੁਤ ਜ਼ਿਆਦਾ ਮਾਰਿਆ, ਇਸ ਸਮਝ ਲਓ ਰੱਸਿਆਂ ਨਾਲ ਬੰਨ ਕੇ ਉਹਨੂੰ ਮਾਰਿਆ। ਹਾਂਜੀ ਹਾਂਜੀ। ਤੇ ਉਹਨੂੰ ਕੀ ਕਹਿੰਦੇ, ਮੈਨੂੰ ਨਹੀਂ ਕੁਛ ਕਿਹਾ ਕਿ ਮੈਨੂੰ ਕਹਿੰਦੇ ਸੀ ਬਸ ਇਹਨੂੰ ਬੈਠ ਕੇ ਦੇ। ਮੈਂ ਕਿਹਾ ਸਰ ਤੁਸੀਂ ਮੇਰੇ ਮੀਆਂ ਨੂੰ ਮਾਰਨ ਲੱਗੇ ਜੇ, ਮੈਨੂੰ ਸਾਈਡ ਤੇ ਬਿਠਾ। ਉਹ ਕਹਿੰਦੇ ਨਹੀਂ ਤੈਨੂੰ ਸਾਹਮਣੇ ਹੀ ਬਿਠਾਣਾ, ਤੇਰੇ ਬੰਦੇ ਨੂੰ ਤੇਰੇ ਸਾਹਮਣੇ ਹੀ ਮਾਰਨਾ। ਉਹ ਜਿਹਨੇ ਹਾਂਜੀ। ਅੱਛਾ, ਤੁਹਾਨੂੰ ਸਾਹਮਣੇ ਮਾਰਦੇ ਸੀ, ਤੁਹਾਡੇ ਸਾਹਮਣੇ ਬੰਦਿਆਂ ਨੂੰ, ਤੇ ਤੁਹਾਨੂੰ ਕੀ ਕਹਿੰਦੇ ਸੀ ਜਦੋਂ ਮੈਨੂੰ ਮਾਰਦੇ ਸੀ? ਤੁਹਾਨੂੰ ਕੀ ਕਹਿੰਦੇ ਸੀ? ਸਰ ਹੱਥ ਪੱਲੇ ਜੋੜੇ ਨੇ। ਮੈਂ ਕਿਹਾ ਭਾਈ ਮੇਰਾ ਮੀਆਂ ਬਿਮਾਰ ਹੈਗਾ, ਛੱਡ ਦੋ, ਹਾਲੇ ਤੱਕ ਉਹਦੇ ਕੋਲ ਸਹੀ ਤਰੀਕੇ ਨਾਲ ਟੁਰਿਆ ਨਹੀਂ ਜਾਂਦਾ। ਮੈਂ ਕਿਹਾ ਭਾਈ ਚਲੋ ਤੁਸੀਂ ਜ਼ਿਆਦਾ ਵੀ ਕਰ, ਕਹਿੰਦਾ ਬੀਬੀ ਨੇ ਤੁਹਾਡੇ ਤੇ ਦੋਨਾਂ ਦੇ ਪਰਚੇ ਦੇ ਦੇਣੇ ਨੇ।
ਮੈਂ ਕਿਹਾ ਭਾਈ ਇੰਨੇ 30 ਲੱਖ ਰੁਪਏ ਦੀ ਡਿਮਾਂਡ ਕਰਦੇ ਸੀ। ਮੈਂ ਕਿਹਾ ਅਸੀਂ ਯਾਨੀ ਕਿ ਸਰਕਾਰੀ ਮੁਲਾਜ਼ਮ, ਅਸੀਂ ਐਡੀ ਵੱਡੀ ਰਕਮ ਕਿੱਥੋਂ ਦਾਂਗੇ ਤੁਹਾਨੂੰ। ਉਹਨਾਂ ਨੇ ਕਿਹਾ ਭਾਈ ਅਸੀਂ ਤੁਹਾਡੇ ਤੇ ਪਰਚੇ ਹੀ ਦੇਣੇ ਨੇ, ਨਾ ਮੰਗਵਾਓ ਪੈਸੇ, ਪਰਚੇ ਹੀ ਦਾਂਗੇ ਤੁਹਾਡੇ ਤੇ। ਫਿਰ ਉਹਨੂੰ ਕੀ ਕਹਿੰਦੇ ਨੇ ਗੱਲਬਾਤ ਕੀਤੀ, 6 ਲੱਖ ਰੁਪਏ 'ਚ ਉਹਨਾਂ ਨੇ ਡਨ ਕੀਤੀ। ਅੱਛਾ ਬਾਜੀ, ਤੁਹਾਡੇ ਕੋਲ ਇੰਨੇ ਪੈਸੇ ਮੌਜੂਦ ਸੀ, ਤੁਸੀਂ ਇੱਕ ਸਰਕਾਰੀ ਮੁਲਾਜ਼ਮ ਹੋ, ਦਰਜਾ ਚਾਹਾਰਨ ਦੇ, ਇੰਨੇ ਪੈਸੇ ਮੌਜੂਦ ਸੀ ਕਿ ਉਹਨੇ 30 ਲੱਖ ਮੰਗ ਲਏ ਤੇ ਤੁਸੀਂ ਕਹਿੰਦੇ ਮੈਂ ਲਿਆ ਕੇ ਦੇਵਾਂਗੀ? ਜੋੜ ਜਮ੍ਹਾਂ ਕੀਤੀ ਸੀ ਥੋੜੀ ਬਹੁਤੀ ਬੈਂਕ ਦੇ ਵਿੱਚ, ਆਪਣਾ ਘਰ ਚੜਾਉਣਾ ਸੀ ਤੇ ਉਹ ਉਹਨਾਂ ਨੇ ਸਾਡੇ ਕੋਲ ਲੈ ਲਿੱਤੇ। ਘਰ ਕਿਹਦੇ ਕੋਲੋਂ ਛੁਡਾਉਣਾ ਸੀ? ਘਰ ਸਾਡਾ ਮਾਮੂ ਹੈਗਾ, ਉਹਦੇ ਅੱਗੇ ਗਿਰਵੀ ਪਿਆ ਹੋਇਆ ਹੈ। ਹਾਂਜੀ 5 ਲੱਖ ਦੇ ਵਿੱਚ ਉਹੀ ਪੈਸੇ ਅਸੀਂ ਉਹਨੂੰ ਦੇਣੇ ਸੀ। ਇਹਨਾਂ ਨੇ ਸਾਨੂੰ ਫੜ ਕੇ ਮੇਰੇ ਤੇ ਸਾਡੇ ਕੋਲ ਪੈਸੇ ਲੈ ਲਿੱਤੇ। ਲੇਕਿਨ ਤੁਹਾਡੇ ਕੋਲੋਂ ਪੈਸੇ ਵੀ ਲੈ ਲਏ ਤੇ ਫਿਰ ਤੁਹਾਡੇ ਸ਼ੋਹਰ ਦੇ ਉੱਤੇ 9C ਦਾ ਪਰਚਾ ਵੀ ਦੇ ਦਿੱਤਾ ਹੈ, ਇਹ ਕੀ ਗੱਲ ਹੋਈ? ਸਰ ਉਹਨਾਂ ਨੇ ਮੈਨੂੰ ਛੱਡਣ ਦੇ ਪੈਸੇ ਲਿੱਤੇ ਨੇ, ਮੀਆਂ ਨੂੰ ਤੇ ਉਹਨਾਂ ਨੇ ਜੇਲ੍ਹ ਪਹੁੰਚਾ ਦਿੱਤਾ। ਅੱਛਾ, ਸਿਰਫ ਤੁਹਾਨੂੰ ਛੱਡਣ ਦੇ? ਮੈਨੂੰ ਛੱਡਣ ਦੇ ਡੀਲ ਐ ਹੋਈ ਸੀ ਕਿ ਮੀਆਂ ਤੇ ਪਰਚਾ ਦਾਂਗੇ ਤੇ ਤੈਨੂੰ ਛੱਡ ਦਾਂਗੇ, 6 ਲੱਖ ਰੁਪਈਆ ਲਾਂਗੇ। ਫਰਿਆਦ ਭੱਟੀ ਨੇ ਤੇ ਸੁਨੀਲ ਨੇ, ਇਹਨਾਂ ਦੋਨਾਂ ਨੇ ਬਸ। ਇਹ ਆਖਰ ਫਰਿਆਦ ਭੱਟੀ ਤੇ ਸੁਨੀਲ ਤੁਹਾਡੇ ਖਾਨਦਾਨ ਦਾ ਦੁਸ਼ਮਣ ਹੀ ਕਿਉਂ ਬਣ ਗਿਆ? ਕਿ ਕੋਈ ਤਲਕ ਹੈ, ਕੋਈ ਰਿਸ਼ਤੇਦਾਰੀ ਦੀ ਵਜ੍ਹਾ ਹੈ ਜਾਂ ਕੋਈ ਤਨਾਜ਼ਾ ਉਹਦੇ ਨਾਲ ਤੁਹਾਡੇ ਨਾਲ ਕਿ ਉਹ ਇੰਨੀ ਦੂਰੋਂ ਆਂਦਾ ਤੇ ਤੁਹਾਨੂੰ ਚੁੱਕ ਕੇ ਲੈ ਜਾਂਦਾ ਸਾਰੇ ਭਰਾਵਾਂ ਨੂੰ? ਸਰ ਕੋਈ ਗੱਲ ਹੀ ਨਹੀਂ, ਨਾ ਸਾਡਾ ਰਿਸ਼ਤੇਦਾਰ ਹੈ, ਕੋਈ ਗੱਲ ਵੀ ਨਹੀਂ ਹੈਗੀ, ਨਜਾਇਜ਼ ਹੀ ਆ ਜਾਂਦਾ ਮੂੰਹ ਚੁੱਕ ਕੇ। तो नाज़रीन, आपने सारी फैमिली की रुदात सुनी। वर्दी एक मुक़द्दस चीज़ है, फ़र्ज समझा जाता है वर्दी को, ये शोहदा की अमानत है, लेकिन ये क्रिमिनल माइंड के लोग इस वर्दी को ज़ेब तन करते हैं सिर्फ लोगों की जेबें खाली करने के लिए। ये जो मेरे साथ 2 शख्स मौजूद हैं, इनकी अहलिया मौजूद है, इनके भाई मेरे साथ मौजूद है, इनको बार बार गिरफ़्तार किया जाता है, 9C और 9B के पर्चे दिए जाते हैं, फिर इनसे पैसों की डिमांड की जाती है, लाखों रुपए इनसे वसूल करने के बाद भी इन पर FIR'ें दी जाती हैं। आज इनकी इस गुंडागर्दी की वजह से ये सारी फैमिली कभी अदालतों में, कभी DIG के पास, कभी CCPO के पास सारा दिन इसी तरह खवार होते हैं। इनका कहना है कि हम जाएं तो जाएं कहाँ। जब मैं जुर्म करता था, जब मैं गलत काम करता था, उस वक़्त हर पुलिस वाला मुझे सलाम करता था। जब मैंने बुराई छोड़ दी है तो आज एक एक करके मेरे भाइयों को, मेरी भाभियों को और मेरी बीवी को और मेरे 10 साल के मासूम बच्चे को थाने में ले जाकर बंद कर दिया जाता है। मेरे छोटे बच्चे के सामने मुझ पर तशद्दुद किया जाता है और उसकी माँ को गंदी गालियाँ निकाली जाती हैं, फिर पैसे लिए जाते हैं, फिर छोड़ दिया जाता है, फिर पकड़ा जाता है, फिर छोड़ दिया जाता है। आखिर ये सिलसिला कब ख़त्म होगा? क्या फरियाद भट्टी डॉक्टर उस्मान अनवर से भी बड़ा अफसर है? क्या DIG फैसल कामरान से भी बड़ा अफसर है? कब इन लोगों को तहफ़्फ़ुज़ मिलेगा? इनकी फरियाद है गवर्नमेंट ऑफ पंजाब से, मरियम नवाज से, IG पंजाब से इनकी फरियाद है कि खुदारा हमारी तरफ भी गौर किया जाए। हम DIG के पास अपनी दरख्वास्तें लेकर जाते हैं और जैसे ही दफ्तर से बाहर निकलते हैं हमें धमकियां लगाई जाती हैं, हमें डराया धमकाया जाता है कि अगर तुमने दोबारा एप्लीकेशन दी या किसी अफसर के सामने पेश हुए तो तुम्हें निशाने इबरत बना देंगे, तुम्हारे जो बच्चे अभी जवान हो रहे हैं उनके ऊपर भी मुकदमात दर्ज करेंगे, उनकी ज़िंदगियां बर्बाद कर देंगे। तो ये इनकी एक छोटी सी अपील है आला हुक्मरानों से और IG पंजाब से, पुलिस डिपार्टमेंट से। पुलिस डिपार्टमेंट में बहुत आला आला अफसरान हैं जिनकी कार्रवाइयाँ, कसीदे आप आए रोज़ TV चैनलों पर सुनते हैं, अखबारात में देखते हैं। तो मैं ज़ाती तौर पर भी एक अपील करता हूँ, जो वर्दी में मलबूस डाकू हैं इनकी इंक्वायरी की जाए और ये जो वर्दी है ये शोहदा की इमानत है, ये फ़र्ज शनासी का एक नाम है वर्दी, और ये यूनिफॉर्म इनके जिस्मों पर नहीं रहनी चाहिए। इन जैसे अफसरों के जिस्म पर ये यूनिफॉर्म, ये वर्दी होगी तो फिर मेरे शहर का कोई आदमी गलत काम से तौबा नहीं करेगा। क्यों? कि जब वो गलत काम करते हैं तुम सलाम करते हो, जब वो छोड़ देते हैं तुम आके थाने में डाल देते हो, फिर उनके जो बच्चों की रिज़्क़े हलाल कमाया हुआ पैसा है वो तुम लेते हो और तुम उसके साथ मज़े करते हो। नाज़रीन, सारी गुफ्तगू आपने सुनी, बड़ी दुख भरी कहानी थी। क्या कहते हैं? कमेंट बॉक्स में अपनी राय का इजहार ज़रूर कीजिएगा, इस मज़लूम ख़ानदान की आवाज़ बनिएगा। इसी के साथ अपने मेज़बान राना दिलशाद को इजाज़त दीजिए। अल्लाह निगहबान।